Hello, guys. Very good morning, good evening, good afternoon, depending upon the time you're watching this video. Welcome back to your own channel, RSB IELTS, and it's your fourth video. So, due to some very important task of mine, thoda break ho gaya si, but yet we are resuming our videos. In the last videos, I've covered a major portion of IELTS writing module task 1. Almost all figures, leaving process diagrams and maps cover ho gaya si, and I think it's time to jump on task 2. ਸੋ ਆਇਲਸ ਰਾਈਟਿੰਗ ਟਾਸਕ 2 ਬਹੁਤ ਬਹੁਤ ਇੰਪੋਰਟੈਂਟ ਆ। ਸ਼ੁਰੂ ਕਰਨ ਤੋਂ ਪਹਿਲੇ ਮੈਂ ਇਹ ਦੱਸਦਾ ਕਿ ਇਨ ਦਿਸ ਟਾਸਕ ਅਲੋਂਗ ਵਿਦ ਦ ਰਾਈਟਿੰਗ ਸਕਿੱਲਸ ਤੁਹਾਡੀ ਨੌਲੇਜ ਬਹੁਤ ਮੈਟਰ ਕਰਦੀ ਹੈ। ਨੌਲੇਜ ਆਫ ਸਮ ਇੰਪੋਰਟੈਂਟ ਟਰਮਸ, ਟੌਪਿਕਸ ਐਂਡ ਕਹਿ ਸਕਦੇ ਇਸ਼ੂਜ਼ ਆਲ ਓਵਰ ਦੀ ਵਰਲਡ। ਐਂਡ ਮੈਂ ਇਹ ਵੀ ਗੱਲ ਦੱਸਦਾ ਕਿ ਅਨਲਾਈਕ ਟਾਸਕ 1, ਟਾਸਕ 2 ਕੁਛ ਦਿਨਾਂ ਵਿੱਚ ਓਵਰ ਹੋਣ ਵਾਲਾ ਨਹੀਂ ਹੈ। ਸੋ ਇਹਦੇ ਵਿੱਚ ਆਪਾਂ ਨਵੇਂ ਸੈਂਪਲਸ ਲੈ ਕੇ ਆਵਾਂਗੇ ਜਿਹਦੇ ਨਾਲ ਤੁਹਾਡੀ ਨੌਲੇਜ, ਰਾਈਟਿੰਗ ਸਕਿੱਲਸ ਦੋਵੇਂ ਵਧਣਗੀਆਂ। ਮੈਂ ਟਾਈਮ ਟੂ ਟਾਈਮ ਅੱਛੀ ਵੋਕੈਬਲਰੀ ਦੇ ਵਰਡਸ, ਆਈਟਮਸ ਐਂਡ ਮਟੀਰੀਅਲਸ ਸ਼ੇਅਰ ਕਰਦਾ ਰਹਾਂਗਾ ਜਿਹਦੇ ਨਾਲ ਯੂ ਵਿਲ ਗੈਟ ਟੂ ਨੋ ਦੈਟ ਵਾਟ ਸੋਰਟ ਆਫ ਮਟੀਰੀਅਲ ਕੁਡ ਬੀ ਯੂਜ਼ਡ ਇਨ ਯੋਰ ਰਾਈਟਿੰਗ ਟਾਸਕ। So coming on to the video, in this video I've given an introduction to writing task 2, way to attempt it, types of questions, and ਇਹਦੇ ਨਾਲ ਇੱਕ ਮੈਂ ਸੈਂਪਲ ਵੀ ਲਾਸਟ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗਾ। ਸੋ ਵਿਦਾਊਟ ਵੇਸਟਿੰਗ ਐਨੀ ਟਾਈਮ ਲੈਟਸ ਸਟਾਰਟ। ਸੋ ਅਕੈਡਮਿਕ ਆਇਲਸ ਰਾਈਟਿੰਗ ਟਾਸਕ 2। ਸੋ ਟੂ ਇਨੀਸ਼ੀਏਟ ਵਿਦ ਮੈਂ ਦੱਸ ਦੇਵਾਂ ਕਿ ਟਾਸਕ 2 ਹੈਜ਼ ਗॉट ਮਚ ਮੋਰ ਵੇਟੇਜ दैन ਦੀ ਟਾਸਕ 1 ਇਨ योर ਰਾਈਟਿੰਗ ਮੋਡਿਊਲ। तो स्टार्ट करिए कि what is given to you. You are given the questions of some journal topics, issues of the society and topics, some common topics कोई भी हो सकते हैं, and what you have to do is you have to give your opinion and your views on those in an organized manner. ਤੁਹਾਨੂੰ ਕੁਛ ਟੌਪਿਕਸ ਗਿਵਨ ਹੋਣਗੇ, ਉਹਦੇ ਬਾਰੇ ਤੁਹਾਡੀ ਨੌਲੇਜ ਦੇ ਅਕੋਰਡਿੰਗ ਜੋ ਵੀ ਤੁਹਾਨੂੰ ਪਤਾ ਹੈ, ਤੁਹਾਡੇ ਵਿਊਜ਼ ਹੈ ਕਿ ਇਟਸ ਗੁੱਡ ਔਰ ਇਟਸ ਬੈਡ ਔਰ ਇਟ ਸ਼ੁੱਡ ਹੈਪਨ ਔਰ ਇਟ ਸ਼ੁਡਨਟ ਹੈਪਨ। ਤੁਸੀਂ ਆਪਣੇ ਵਿਊਜ਼ ਦੇਣੇ ਹੈ ਵਿਦ ਪ੍ਰੋਪਰ ਜਸਟੀਫਿਕੇਸ਼ਨ ਇਨ ਐਨ ਆਰਗਨਾਈਜ਼ਡ ਮੈਨਰ, ਇੱਕ ਫਾਰਮੈਟ ਦੇ ਵਿੱਚ, ਐਂਡ ਆਈ ਵਿਲ ਬੀ ਸ਼ੇਅਰਿੰਗ ਦੈਟ ਫਾਰਮੈਟ ਟੂ। ਸੋ ਗੱਲ ਕਰੀਏ ਵਰਡ ਲਿਮਿਟ ਦੀ। ਵਰਡ ਲਿਮਿਟ ਵੈਸੇ ਤਾਂ 250 ਵਰਡਸ ਹੈ, ਬਟ ਐਜ਼ ਪਰ ਮੀ ਯੂ ਮਸਟ ਗੋ ਬਿਟਵੀਨ 250 to 300 ਵਰਡਸ। ਹੁਣ ਇਹਦੇ ਵਿੱਚ ਚੀਜ਼ਾਂ ਕਿਹੜੀਆਂ ਮੈਟਰ ਕਰਦੀਆਂ ਮੈਂ ਦੱਸਦਾ ਕਿ ਨੌਲੇਜ ਬਹੁਤ ਮੈਟਰ ਕਰਦੀ ਆ। ਐਂਡ ਬੁਲੇਟ ਦੀ ਆਵਾਜ਼ ਨੂੰ ਇਗਨੋਰ ਕਰਦੇ ਹੋਏ, ਨੌਲੇਜ ਬਹੁਤ ਮੈਟਰ ਕਰਦੀ ਹੈ। ਐਂਡ ਆਈ ਥਿੰਕ ਨੌਲੇਜ ਐਕਸਪੀਰੀਅੰਸ ਦੇ ਨਾਲ ਹੀ ਆਏਗੀ। ਮੋਰ ਯੂ ਵਿਲ ਵਿਟਨੈਸ ਦੀ ਟਾਸਕ, ਤੁਹਾਨੂੰ ਨੌਲੇਜ ਉਹਦੇ ਨਾਲ ਵੱਧ ਮਿਲੇਗੀ, ਐਂਡ ਪ੍ਰੈਕਟਿਸ ਦੇ ਨਾਲ ਹੀ ਹੈ। ਸੈਕਿੰਡ ਵਨ ਇਜ਼ ਰਾਈਟਿੰਗ ਸਕਿੱਲ। ਉਹ ਤਾਂ ਵੈਰੀ ਬਟ ਓਬਵੀਅਸ ਹੈ ਕਿ ਰਾਈਟਿੰਗ ਸਕਿੱਲਸ ਤੁਹਾਨੂੰ ਚਾਹੀਦੀਆਂ। ਟਾਸਕ 1 ਦੇ ਵਿੱਚ ਮੈਂ ਐਕਸਪਲੇਨ ਕੀਤਾ ਕਿ ਮੋਰ ਵੋਕੈਬਲਰੀ ਯੂ ਯੂਜ਼, ਥੋੜ੍ਹੇ ਅੱਛੇ ਵਰਡਸ ਯੂਜ਼ ਕਰੋਗੇ, ਓਬਵੀਅਸਲੀ ਤੁਹਾਡੀ ਰਾਈਟਿੰਗ ਅੱਛੀ ਲੱਗੇਗੀ ਅਤੇ ਤੁਹਾਡਾ ਬੈਂਡ ਸਕੋਰ ਉਹਦੇ ਨਾਲ ਹੀ ਇੰਪਰੂਵ ਹੋਏਗਾ। ਐਂਡ ਥਰਡ ਵਨ ਇਜ਼ ਪ੍ਰੈਕਟਿਸ। ਉਹ ਤਾਂ ਹਰ ਟਾਸਕ ਦੇ ਵਿੱਚ ਹੀ ਰੂਲ ਹੈਗਾ ਕਿ ਪ੍ਰੈਕਟਿਸ ਮੇਕਸ ਦੀ ਮੈਨ ਪਰਫੈਕਟ। ਸੋ you are given 1 hour for the writing module, and as per my suggestion for task 1 you should give 20 minutes to max। 20 minutes to what task 1 ਨੂੰ ਨਹੀਂ ਦੇਣਾ, and your task 2 at least needs 40 minutes। ਤੁਸੀਂ task 2 ਅੱਛਾ ਅਟੈਂਪਟ ਕਰਨਾ ਹੈ, then you at least need 40 minutes। 40 minutes ਤੁਹਾਨੂੰ task 2 ਚਾਹੀਦੇ ਹੈ, 20 minutes you should give for task 1, near around this only। ਸੋ ਇਹ ਸੀਗੀ ਇੱਕ ਸਮੋਲ ਇੰਟਰੋਡਕਸ਼ਨ ਟਾਸਕ 2 ਦੀ। ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਟਾਈਪਸ ਆਫ ਰਾਈਟਿੰਗਸ ਵਿਚ ਯੂ ਵਿਲ ਵਿਟਨੈਸ ਇਨ ਯੋਰ ਟਾਸਕ 2। ਨਾਓ ਕਮਸ ਟਾਈਪਸ ਆਫ ਰਾਈਟਿੰਗਸ or types of questions which you will witness in your task 2. As per my experience, I have categorized the questions in 3 types. First one is simply do as given. In majority of task 2 questions, you will be asked your point of view, like whether you agree or disagree. But you may also witness questions in which you will not have to go one-sided, and simply ਤੁਸੀਂ ਆਪਣਾ point of view ਲਿਖੋਗੇ and ਉਹਨੂੰ justify ਕਰੋਗੇ in proper paragraphing. For example, ਮੈਂ ਇੱਕ sample I'll share with you. So have a look at this one. Today more people are overweight than ever before.
What, in your opinion, are the primary causes of this? What measures can be taken to overcome this epidemic? ਸੋ ਤੁਸੀਂ ਦੇਖ ਸਕਦੇ ਹੋ ਇੱਕ ਕੁਐਸਚਨ ਤੁਹਾਨੂੰ ਪੁੱਛਿਆ ਗਿਆ ਹੈ, ਵਾਟ ਆਰ ਦੀ ਪ੍ਰਾਇਮਰੀ ਕਾਜ਼ਸ ਆਫ ਪੀਪਲ ਬੀਂਗ ਓਵਰਵੇਟ ਥੀਸ ਡੇਜ਼, ਐਂਡ ਤੁਹਾਨੂੰ ਅਗਲਾ ਕੁਐਸਚਨ ਪੁੱਛਿਆ ਗਿਆ ਹੈ, ਵਾਟ ਮੈਜਰਸ ਕੈਨ ਯੂ ਟੇਕ ਟੂ ਓਵਰਕਮ ਦਿਸ ਐਪੀਡੈਮਿਕ। ਅਤੇ ਸਿੰਪਲ ਹੈ, ਪੈਰਾਗ੍ਰਾਫਿੰਗ ਅਤੇ ਫਾਰਮੈਟ ਤੁਹਾਨੂੰ ਮੈਂ ਹੁਣੇ ਥੋੜ੍ਹੀ ਦੇਰ ਤੱਕ ਦੱਸਾਂਗਾ, ਬਟ ਤੁਹਾਨੂੰ ਕਲੀਅਰ ਹੋ ਜਾਣਾ ਚਾਹੀਦਾ ਕਿ ਇਨ ਵਨ ਪੈਰਾਗ੍ਰਾਫ ਯੂ ਵਿਲ ਰਾਈਟ ਦ ਕਾਜ਼ਸ ਐਂਡ ਇਨ ਅਦਰ ਬੋਡੀ ਪੈਰਾਗ੍ਰਾਫ ਯੂ ਵਿਲ ਰਾਈਟ ਦੀ ਮੈਜਰਸ ਟੂ ਓਵਰਕਮ ਦਿਸ ਐਪੀਡੈਮਿਕ। ਸੋ ਇਟਸ ਸਿੰਪਲੀ ਤੁਹਾਨੂੰ ਕੁਐਸਚਨਸ ਪੁੱਛੇ ਗਏ ਹੈ ਐਂਡ ਤੁਸੀਂ ਉਹਨੂੰ ਆਨਸਰ ਕਰਨਾ ਇਨ ਪ੍ਰੋਪਰ ਪੈਰਾਗ੍ਰਾਫਿੰਗ। ਇਹੋ ਜਿਹੇ ਜਿਹੜੇ ਟਾਸਕ ਹੈ ਇਹ ਥੋੜ੍ਹੇ ਦੇਖਣ ਨੂੰ ਘੱਟ ਮਿਲਦੇ ਹੈ, ਬਟ ਦੀਜ਼ ਆਰ ਵੈਰੀ ਵੈਰੀ ਸਿੰਪਲ। And next one is one-sided essay. So in this you will be given or a topic or a statement, to be more specific, and you will write कि whether you agree or disagree with the statement. ਤੁਸੀਂ ਪੈਰਾਗ੍ਰਾਫਸ ਵਿੱਚ ਲਿਖੋਗੇ ਕਿ ਤੁਸੀਂ ਐਗਰੀ ਕਿਉਂ ਕਰਦੇ ਹੋ ਐਂਡ ਯੂ ਵਿਲ ਜਸਟੀਫਾਈ ਯਰ ਪੁਆਇੰਟ ਆਫ ਵਿਊ ਕਿ ਮੈਂ ਬਿਕੋਜ਼ ਆਫ ਦਿਸ ਥਿੰਗ ਅਸੀਂ ਐਗਰੀ ਕਰਦੇ ਹਾਂ। ਫੋਰ ਐਗਜ਼ਾਮਪਲ ਮੈਂ ਇੱਕ ਸੈਂਪਲ ਸ਼ੇਅਰ ਕਰਦਾ ਇਹਦਾ ਵੀ ਤੁਹਾਡੇ ਨਾਲ। ਹੈਵ ਅ ਲੁੱਕ। Some people prefer to work for themselves or own a business. Others prefer to work for an employer. Would you rather be self-employed, work for someone else, or own a business? Use specific reasons to explain your choice. So, ਇਹ ਟਾਈਪਸ ਦੇ ਐਸੇਸ ਵਿੱਚ ਤੁਸੀਂ ਵਨ ਸਾਈਡਡ ਹੋਣਾ, ਆਪਣਾ ਓਪੀਨੀਅਨ ਦੇਣਾ। ਲਾਈਕ ਇਹਦੇ ਵਿੱਚ ਤੁਸੀਂ ਲਿਖਣਾ ਹੈ ਕਿ ਤੁਸੀਂ ਸੈਲਫ ਇੰਪਲੋਇਡ ਹੋਣਾ ਚਾਹੁੰਦੇ ਹੋ, ਕਿਸੇ ਲਈ ਕੰਮ ਕਰਨਾ ਚਾਹੁੰਦੇ ਹੋ, ਜਾਂ ਫਿਰ ਬਿਜ਼ਨਸ ਓਨ ਕਰਨਾ ਚਾਹੁੰਦੇ ਹੋ। ਇਹਨਾਂ ਤਿੰਨੋਂ ਆਪਸ਼ਨਸ 'ਚੋਂ ਤੁਸੀਂ ਇੱਕ ਆਪਸ਼ਨ ਅਵੇਲ ਕਰਨੀ ਹੈ। ਜੇ ਤੁਸੀਂ ਲਿਖ ਰਹੇ ਹੋ ਕਿ ਆਈ ਵੁੱਡ ਬੀ ਸੈਲਫ ਇੰਪਲੋਇਡ, ਆਈ ਵੁੱਡ ਪ੍ਰੈਫਰ ਟੂ ਬੀ ਸੈਲਫ ਇੰਪਲੋਇਡ, ਦੈਨ ਇਨ ਬੋਥ ਦੀ ਪੈਰਾਗ੍ਰਾਫਸ ਯੂ ਵਿਲ ਗਿਵ ਪ੍ਰੋਪਰ ਜਸਟੀਫਿਕੇਸ਼ਨ ਫॉर your point of views. You will write 2 to 3 point of view of yours and you will justify those point of views. ਸੋ ਜਿਹੜੀ ਵੀ ਆਪਸ਼ਨ ਤੁਸੀਂ ਪਿਕ ਕਰ ਰਹੇ ਹੋ ਤੁਸੀਂ ਦੋਨੋਂ ਪੈਰਾਗ੍ਰਾਫਸ ਦੇ ਵਿੱਚ ਉਹੀ ਆਪਸ਼ਨਸ ਨੂੰ ਜਸਟੀਫਾਈ ਕਰਨਾ ਕਿ ਬਿਕੋਜ਼ ਆਫ ਦਿਸ ਆਈ ਐਗਰੀ ਔਰ ਬਿਕੋਜ਼ ਆਫ ਦਿਸ ਆਈ ਡਿਸਐਗਰੀ, ਔਰ ਮੈਂ ਇਹ ਪ੍ਰੈਫਰ ਕਰਦਾ ਜਾਂ ਫਿਰ ਇਹ ਨਹੀਂ ਪ੍ਰੈਫਰ ਕਰਦਾ, ਐਂਡ ਯੂ ਵਿਲ ਗਿਵ ਪ੍ਰੋਪਰ ਜਸਟੀਫਿਕੇਸ਼ਨ ਫॉर दैट। ਇਹੋ ਜਿਹਾ ਇੱਕ ਹੋਰ ਸੈਂਪਲ ਹੈ। Like some people think that cars should be banned from large cities. To what extent do you agree or disagree with this opinion? ਕੁਛ ਲੋਕ ਕਹਿੰਦੇ ਕਿ ਕਾਰਸ ਬਿਗ ਸਿਟੀਜ਼ 'ਚੋਂ ਬੈਨ ਹੋ ਜਾਣੀਆਂ ਚਾਹੀਦੀਆਂ। ਤੁਸੀਂ ਐਗਰੀ ਕਰਦੇ ਹੋ ਕਿ ਡਿਸਐਗਰੀ ਕਰਦੇ ਹੋ? ਇਫ ਯੂ ਐਗਰੀ ਵਿਦ ਦਿਸ ਤੇ ਤੁਸੀਂ ਦੋਵੇਂ ਬੋਡੀ ਪੈਰਾਗ੍ਰਾਫਸ ਵਿੱਚ ਲਿਖੋਗੇ ਕਿ ਮੈਂ ਇਸ ਕਰਕੇ ਐਗਰੀ ਕਰਦਾ, ਮੇਰਾ ਇਹ ਓਪੀਨੀਅਨ ਹੈ। 2 to 3 ਓਪੀਨੀਅਨਸ ਯੂ ਵਿਲ ਰਾਈਟ ਐਂਡ ਯੂ ਵਿਲ ਰਾਈਟ ਜਸਟੀਫਿਕੇਸ਼ਨ ਫॉर दैट। ਤੁਸੀਂ ਜੇ ਡਿਸਐਗਰੀ ਕਰਦੇ ਹੋ ਕਿ ਨਹੀਂ ਹੋਣੀਆਂ ਚਾਹੀਦੀਆਂ ਬੈਨ, ਅਤੇ ਤੁਸੀਂ ਉਹਦੀ ਵੀ ਜਸਟੀਫਿਕੇਸ਼ਨ ਲਿਖੋਗੇ। ਸੋ ਆਪਣੇ ਓਪੀਨੀਅਨ ਨੂੰ ਜਸਟੀਫਾਈ ਕਰਨਾ ਤੁਸੀਂ, ਦੈਟ ਵਿਲ ਟੇਕ ਯੂ ਟੂ ਦੀ ਵਰਡ ਲਿਮਿਟ ਓਨਲੀ। ਸੋ ਇਹੋ ਜਿਹੇ ਟਾਸਕ ਤੁਹਾਨੂੰ ਮੈਜੋਰਿਟੀ ਦੇਖਣ ਨੂੰ ਮਿਲਦੇ ਆ ਟਾਸਕ 2 ਦੇ ਵਿੱਚ। ਨਾਓ ਕਮ ਟੂ two-sided essays in which you will have to give partial views. In this you will be given a statement like as per some people this thing is fine and as per others it's not good, and you will be asked to discuss both the views. So ਤੁਸੀਂ ਦੋਨੋਂ points ਦੇ ਆਪਣੇ opinion ਲਿਖੋਗੇ in separate paragraphs and you will justify those. So for example, have a look at this task. Some experts say that the government do more to prepare for natural disasters. Others believe that dealing with the aftermath of a natural disaster should be the priority. Discuss both the views and give your opinion. So ਤੁਸੀਂ ਦੇਖ ਸਕਦੇ ਹੋ ਕਿ you are asked to discuss both the views and you are asked to give your opinion on both. So ਪ੍ਰੋਪਰ ਫਾਰਮੈਟ ਤੁਹਾਨੂੰ ਮੈਂ ਅੱਗੇ ਐਕਸਪਲੇਨ ਕਰਾਂਗਾ, ਬਟ ਇੰਨਾ ਕੁ ਤੁਹਾਨੂੰ ਸਮਝ ਲੱਗ ਗਿਆ ਹੋਣਾ ਕਿ ਇਨ ਵਨ ਪੈਰਾਗ੍ਰਾਫ ਯੂ ਵਿਲ ਬੀ ਟਾਕਿੰਗ ਅਬਾਊਟ ਵਨ ਪੁਆਇੰਟ ਆਫ ਵਿਊ ਐਂਡ ਇਨ ਸੈਕਿੰਡ ਬੋਡੀ ਪੈਰਾਗ੍ਰਾਫ ਯੂ ਵਿਲ ਬੀ ਟਾਕਿੰਗ ਅਬਾਊਟ ਅਦਰ ਪੁਆਇੰਟ ਆਫ ਵਿਊ। ਹੁਣ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਛ ਐਕਸਪਰਟਸ ਦਾ ਕਹਿਣਾ ਹੈ ਕਿ ਗਵਰਨਮੈਂਟ ਨੂੰ ਨੈਚੁਰਲ ਡਿਜ਼ਾਸਟਰਸ ਦੀ ਪ੍ਰੈਪਰੇਸ਼ਨ ਬਿਫੋਰ ਹੈਂਡ ਹੀ ਕਰਨੀ ਚਾਹੀਦੀ ਹੈ ਟੂ ਓਵਰਕਮ ਦੋਜ਼। ਆਫ ਕੋਰਸ ਨੈਚੁਰਲ ਡਿਜ਼ਾਸਟਰਸ ਤੇ ਓਵਰਕਮ ਨਹੀਂ ਹੋ ਸਕਦੇ, ਬਟ ਉਹਦਾ ਲੋਸ ਜ਼ਰੂਰ ਘੱਟ ਹੋ ਸਕਦਾ। ਸੋ ਅਕੋਰਡਿੰਗ ਟੂ ਸਮ ਐਕਸਪਰਟਸ ਗਵਰਨਮੈਂਟ ਨੂੰ ਉਹਦੇ ਲੋਸ ਨੂੰ ਘੱਟ ਕਰਨ ਦੀ ਪ੍ਰੀਪਰੇਸ਼ਨ ਪਹਿਲੇ ਤੋਂ ਕਰਨੀ ਚਾਹੀਦੀ ਹੈ। ਅਤੇ ਕੁਛ ਐਕਸਪਰਟਸ ਅਦਰਸ ਜਿਹੜੇ ਹੈਗੇ ਉਹ ਕਹਿੰਦੇ ਹੈ ਕਿ ਨੈਚੁਰਲ ਡਿਜ਼ਾਸਟਰਸ ਤੋਂ ਬਾਅਦ ਜਿਹੜਾ ਲੋਸ ਹੁੰਦਾ ਉਸ ਨੂੰ ਕਵਰ ਕਰਨਾ ਪ੍ਰਾਇਓਰਿਟੀ 'ਤੇ ਰੱਖਣਾ ਚਾਹੀਦਾ। ਸੋ ਯੂ ਵਿਲ ਹੈਵ ਟੂ ਡਿਸਕਸ ਬੋਥ ਦੀ ਵਿਊਜ਼।
ਲਾਈਕ ਇੰਟਰੋਡਕਸ਼ਨ ਦੇਣ ਤੋਂ ਬਾਅਦ ਤੁਸੀਂ ਇੱਕ ਬੋਡੀ ਪੈਰਾਗ੍ਰਾਫ 'ਚ ਲਿਖੋਗੇ ਕਿ ਜਿਹੜਾ ਲਾਸ ਹੈ ਨੈਚੁਰਲ ਡਿਜ਼ਾਸਟਰਸ ਦੇ ਆਉਣ ਤੋਂ ਪਹਿਲੇ ਜਿਹੜੀ ਪ੍ਰੀਪਰੇਸ਼ਨ ਕਿਸ ਤਰ੍ਹਾਂ ਕਰੀ ਜਾ ਸਕਦੀ ਹੈ। ਐਂਡ ਇਨ ਸੈਕਿੰਡ ਬੋਡੀ ਪੈਰਾਗ੍ਰਾਫ ਯੂ ਵਿਲ ਰਾਈਟ ਕਿ ਜੇ ਨੈਚੁਰਲ ਡਿਜ਼ਾਸਟਰ ਆ ਵੀ ਜਾਂਦਾ ਹੈ ਅਤੇ ਆਫਟਰ ਦੈਟ ਉਹ ਲਾਸ ਨੂੰ ਕਵਰ ਅਪ ਕਿਸ ਤਰ੍ਹਾਂ ਕੀਤਾ ਜਾ ਸਕਦਾ। ਸੋ ਤੁਸੀਂ ਦੋਨੋਂ ਪੁਆਇੰਟਸ 'ਤੇ ਆਪਣੇ ਓਪੀਨੀਅਨਸ ਦੇਣੇ ਆ ਐਂਡ ਜਸਟੀਫਾਈ ਕਰਨੇ ਕਿ ਗਵਰਨਮੈਂਟ ਇਹ ਕਰ ਸਕਦੀ ਹੈ ਅਤੇ ਇਸ ਤਰ੍ਹਾਂ ਗਵਰਨਮੈਂਟ ਇਹ ਚੀਜ਼ ਅਚੀਵ ਕਰ ਸਕਦੀ ਹੈ। ਸੋ ਇਟਸ ਜਸਟ ਐਨ ਐਗਜ਼ਾਮਪਲ। ਇਹ ਵੀ ਦੇਖਣ ਨੂੰ ਇਹੋ ਜਿਹੇ ਕੁਐਸਚਨਸ ਵੀ ਦੇਖਣ ਨੂੰ ਵੈਸੇ ਘੱਟ ਹੀ ਮਿਲਦੇ ਆ। ਮੈਂ ਫਿਰ ਕਹਿੰਦਾ ਮੈਜੋਰਿਟੀ ਆਫ ਕੁਐਸਚਨਸ ਵਨ ਸਾਈਡਡ ਹੀ ਹੁੰਦੇ ਆ ਕਿ ਵੈਦਰ ਯੂ ਐਗਰੀ ਔਰ ਡਿਸਐਗਰੀ, ਟੂ ਵਾਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ। ਬਟ ਮੈਂ ਕੈਟੇਗਰਾਈਜ਼ ਕੀਤਾ 3 ਟਾਈਪਸ ਵਿੱਚ ਕਿ ਇਸ ਤੋਂ ਇਲਾਵਾ ਤੁਹਾਨੂੰ ਮੈਨੂੰ ਲੱਗਦਾ ਨਹੀਂ ਰਾਈਟਿੰਗ ਕੋਈ ਦੇਖਣ ਨੂੰ ਮਿਲੂਗੀ। ਸੋ ਇਹਦੀਆਂ ਜਿਹੜੀ ਕੀਜ਼ ਹੈਗੀਆਂ ਰਾਈਟਿੰਗ ਟਾਸਕ ਨੂੰ ਅੱਛਾ ਅਟੈਂਪਟ ਕਰਨ ਲਈ ਐਜ਼ ਪਰ ਮੀ ਉਹ ਕੀਜ਼ ਹੈਗੀਆਂ ਨੌਲੇਜ। ਫਸਟ ਵਨ ਇਜ਼ ਨੌਲੇਜ। ਨੌਲੇਜ ਕਿੱਦਾਂ ਆਏਗੀ? ਤੁਸੀਂ ਜ਼ਿਆਦਾ ਤੋਂ ਜ਼ਿਆਦਾ ਕੁਐਸਚਨਸ ਵਿਟਨੈਸ ਕਰੋ। ਤੁਸੀਂ ਗੂਗਲ 'ਤੇ ਜਾ ਕੇ ਵੀ ਦੇਖ ਸਕਦੇ ਹੋ ਐਂਡ ਤੁਸੀਂ ਜੇ ਮੇਰੇ ਚੈਨਲ ਨਾਲ ਜੁੜੇ ਹੋ ਅਤੇ ਮੈਂ ਟਾਈਮ ਟੂ ਟਾਈਮ ਵੱਖਰਾ ਕੰਟੈਂਟ ਲੈ ਕੇ ਆਵਾਂਗਾ। ਵੱਖਰੇ ਟਾਸਕ 2 ਦੇ ਹੀ ਹੁਣ ਸੀਰੀਜ਼ ਚੱਲੇਗੀ। ਟਾਸਕ 2 ਦੇ ਹੀ ਕੁਐਸਚਨਸ ਮੈਂ ਲੈ ਕੇ ਆਵਾਂਗਾ, ਵੱਖਰੇ ਸੈਂਪਲਸ ਲੈ ਕੇ ਆਵਾਂਗਾ। ਤੁਸੀਂ ਉਹਨੂੰ ਦੇਖਣਾ, ਖੁਦ ਲਿਖੋਗੇ, ਖੁਦ ਪ੍ਰੈਕਟਿਸ ਕਰੋਗੇ, ਉਹਦੇ ਨਾਲ ਤੁਹਾਡੀ ਨੌਲੇਜ ਆਫ ਕੋਰਸ ਵਧੂਗੀ। ਸੈਕਿੰਡ ਵਨ ਕਮਸ ਰਾਈਟਿੰਗ ਸਕਿੱਲਸ। ਉਹ ਸੇਮ ਰਹਿੰਦੀਆਂ, ਵੋਕੈਬ ਅੱਛੀ ਯੂਜ਼ ਕਰੋਗੇ, ਸਪੈਲਿੰਗ ਮਿਸਟੇਕ ਘੱਟ ਕਰੋਗੇ ਅਤੇ ਤੁਹਾਡਾ ਬੈਂਡ ਸਕੋਰ ਓਬਵੀਅਸਲੀ ਅੱਛਾ ਜਾਏਗਾ। ਅਤੇ ਥਰਡ ਜਿਹੜੀ ਚੀਜ਼ ਹੈ ਪ੍ਰੈਕਟਿਸ ਅਤੇ ਤੁਸੀਂ ਪ੍ਰੈਕਟਿਸ ਕਰੋਗੇ ਅਤੇ ਸਹੀ ਰਹੇਗਾ। ਜੇ ਰੋਜ਼ ਤੁਸੀਂ ਟਾਸਕ 2 ਦਾ ਇੱਕ ਕੁਐਸਚਨ ਦੇਖ ਰਹੇ ਹੋ, ਉਸ ਨੂੰ ਲਿਖ ਰਹੇ ਹੋ ਅਤੇ ਤੁਹਾਡੀ ਵੋਕੈਬ ਤਾਂ ਉਸ ਨਾਲ ਵਧੇਗੀ, ਤੁਹਾਡੀ ਨੌਲੇਜ ਵੀ ਵਧੇਗੀ ਅਤੇ ਐਂਡ ਯੂ ਵਿਲ ਬੀ ਪ੍ਰੀਪੇਅਰਡ ਫॉर ਦ ਟਾਸਕ 2 ਆਫ ਰਾਈਟਿੰਗ ਮੋਡਿਊਲ। ਬਟ ਇਹਨੂੰ ਥੋੜ੍ਹੇ ਦਿਨ ਲੱਗਣਗੇ, ਐਟਲੀਸਟ 20 to 25 ਡੇਜ਼ ਤੁਹਾਨੂੰ ਦੇਣੇ ਚਾਹੀਦੇ ਆ ਟੂ ਗੈਟ ਅ ਮਿਨੀਮਮ ਬੈਂਡ ਸਕੋਰ ਆਫ ਬੈਂਡ 6.5 ਮੈਕਸੀਮਮ। ਅਤੇ ਤੁਸੀਂ ਦ ਬੈਟਰ ਵੋਕੈਬ ਯੂ ਯੂਜ਼, ਦੀ ਲੈਸ ਸਪੈਲਿੰਗ ਮਿਸਟੇਕਸ ਯੂ ਮੇਕ ਐਂਡ ਦੀ ਬੈਟਰ ਆਈਡੀਆਜ਼ ਯੂ ਗਿਵ, ਅਤੇ ਤੁਹਾਨੂੰ ਉਸ ਹਿਸਾਬ ਨਾਲ ਬੈਂਡ ਸਕੋਰ ਤੁਹਾਡਾ ਇੰਕਰੀਜ਼ ਹੋ ਜਾਏਗਾ। 7 ਬੈਂਡਸ 8 ਬੈਂਡਸ ਤੱਕ ਵੀ ਪਹੁੰਚ ਸਕਦਾ। ਹੁਣ ਟਾਈਪਸ ਆਫ ਰਾਈਟਿੰਗਸ 'ਤੇ ਹੋ ਗਈਆਂ। ਨਾਓ ਆਈ ਵਿਲ ਬੀ ਡਿਸਕਸਿੰਗ ਵੇ ਟੂ ਅਟੈਂਪਟ। ਸੋ ਵਰਡ ਲਿਮਿਟ ਤੁਹਾਨੂੰ ਮੈਂ ਦੱਸਦੀ ਸੀਗੀ ਕਿ 250 ਵਰਡਸ ਹੁੰਦੀ ਹੈ, ਬਟ ਐਜ਼ ਪਰ ਮੀ 250 to 300 ਵਰਡਸ ਤੱਕ ਯੂ ਕੈਨ ਗੋ। ਸੋ ਜਿਹੜਾ ਵੀ ਕੁਐਸਚਨ ਤੁਹਾਨੂੰ ਆਉਂਦਾ ਹੈ ਰਾਈਟਿੰਗ ਟਾਸਕ 2 ਦੇ ਵਿੱਚ, ਐਜ਼ ਪਰ ਮੀ ਉਹਦੇ 4 ਪੈਰਾਗ੍ਰਾਫਸ ਬਣਦੇ, ਹਮੇਸ਼ਾ 4 ਹੀ ਬਣਦੇ ਆ। ਬਹੁਤ ਰੇਅਰ ਕੇਸਿਸ 'ਚ 3 ਬੋਡੀ ਪੈਰਾਗ੍ਰਾਫ ਦਿਓਗੇ ਤੁਸੀਂ, ਅਦਰਵਾਈਜ਼ ਤੁਹਾਡੇ 4 ਪੈਰਾਗ੍ਰਾਫਸ ਹੀ ਆਉਣਗੇ। ਸੋ 250 to 300 ਵਰਡਸ ਯੂ ਹੈਵ ਟੂ ਰਾਈਟ ਐਂਡ ਆਲਮੋਸਟ 4 ਪੈਰਾਗ੍ਰਾਫਸ ਯੂ ਵਿਲ ਰਾਈਟ। ਸੋ ਬੋਡੀ ਪੈਰਾਗ੍ਰਾਫ 1 ਦੇ ਵਿੱਚ ਕੀ ਹੋਏਗਾ? ਸੋ ਫਸਟ ਪੈਰਾਗ੍ਰਾਫ ਤੁਹਾਡੀ ਇੰਟਰੋਡਕਸ਼ਨ ਦੀ ਜਾਂਦੀ ਹੈ ਆਲਵੇਜ਼। ਤੁਸੀਂ ਜੋ ਵੀ ਟੌਪਿਕ ਤੁਹਾਨੂੰ ਗਿਵਨ ਹੈ, ਤੁਸੀਂ ਉਹਨੂੰ ਇੱਕ ਛੋਟੀ ਜਿਹੀ ਇੰਟਰੋਡਕਸ਼ਨ ਦੇਣੀ ਹੈ ਅਤੇ 50 to 60 ਵਰਡਸ ਤੁਸੀਂ ਵੱਧ ਤੋਂ ਵੱਧ ਲਿਖਣੇ ਹੈ। ਅਤੇ ਆਪਣਾ ਜਿਹੜਾ ਪੁਆਇੰਟ ਆਫ ਵਿਊ ਹੈ, ਓਪੀਨੀਅਨ ਹੈਗਾ, ਉਹ ਤੁਸੀਂ ਪਹਿਲੇ ਬੋਡੀ ਪੈਰਾਗ੍ਰਾਫ ਦੇ ਵਿੱਚ ਹੀ ਲਿਖੋਗੇ। ਅਤੇ ਇੰਟਰੋਡਕਸ਼ਨ ਲਾਈਨ ਜਿਹੜੀ ਹੈਗੀ ਹੈ ਫਸਟ ਵਨ 'ਤੇ ਡੈਫੀਨੇਸ਼ਨ ਰਹਿੰਦੀ ਟੌਪਿਕ ਦੀ, ਸਭ ਤੋਂ ਜ਼ਿਆਦਾ ਕਾਮਨ ਜਿਹੜੀ ਹੈ। ਸਪੋਜ਼ ਕਰੋ ਗਲੋਬਲਾਈਜੇਸ਼ਨ ਦੇ ਉੱਤੇ ਤੁਹਾਨੂੰ ਟੌਪਿਕ ਆ ਗਿਆ। ਫਸਟ ਥਿੰਗ ਇਜ਼ ਯੂ ਵਿਲ ਡਿਫਾਈਨ ਗਲੋਬਲਾਈਜੇਸ਼ਨ, ਦੈਟ ਗਲੋਬਲਾਈਜੇਸ਼ਨ ਦੀ ਡੈਫੀਨੇਸ਼ਨ ਤੁਸੀਂ ਲਿਖੋਗੇ ਅਤੇ ਉਹਦੇ ਨਾਲ ਤੁਹਾਡੀ ਇੰਟਰੋਡਕਸ਼ਨ ਕਵਰ ਹੋ ਜਾਏਗੀ। ਅਦਰ ਦੈਨ ਦੈਟ ਤੁਹਾਨੂੰ ਕੁਛ ਇਹੋ ਜਿਹੇ ਟੌਪਿਕ ਵੀ ਆ ਜਾਂਦੇ ਹੈ, ਤੁਸੀਂ ਕਹਿ ਸਕਦੇ ਹੋ ਐਜ਼ ਪਰ ਦ ਰੀਸੈਂਟ ਸਰਵੇਜ਼ ਦਿਸ ਹੈਪਨਡ, ਇਸ ਤਰ੍ਹਾਂ ਵੀ ਕਰ ਸਕਦੇ ਹੋ। ਅਤੇ ਉਸ ਤੋਂ ਇਲਾਵਾ ਤੁਸੀਂ ਕੋਈ ਵੀ ਲਾਈਨ ਯੂਜ਼ ਕਰ ਸਕਦੇ ਹੋ ਵਿਚ ਇਜ਼ ਕੰਸਰਨਡ ਵਿਦ ਦੀ ਟੌਪਿਕ। ਅਤੇ 50 ਵਰਡਸ ਦੇ ਵਿੱਚ ਤੁਸੀਂ ਇੱਕ ਇੰਟਰੋਡਕਸ਼ਨ ਦੇਣੀ ਹੈ ਪਲੱਸ ਆਪਣਾ ਪੁਆਇੰਟ ਆਫ ਵਿਊ ਲਿਖਣਾ। ਇਹ ਤੁਸੀਂ ਵਿਟਨੈਸ ਕਰੋਗੇ ਅੱਗੇ ਸੈਂਪਲਸ ਦੇ ਵਿੱਚ ਕਿਸ ਤਰ੍ਹਾਂ ਇੰਟਰੋਡਕਸ਼ਨ ਦਿੱਤੀ ਜਾਂਦੀ ਹੈ ਐਂਡ ਉਹ ਲਾਈਨ ਸਪੈਸੀਫਿਕ ਕਿਸ ਤਰ੍ਹਾਂ ਯੂਜ਼ ਹੁੰਦੀਆਂ, ਤੁਹਾਨੂੰ ਮੈਂ ਅੱਗੇ ਸ਼ੇਅਰ ਕਰਾਂਗਾ। ਨਾਓ ਕਮਸ ਪੈਰਾਗ੍ਰਾਫ 2। ਸੋ ਜੇ ਤੇ ਤੁਹਾਨੂੰ ਸਿੰਪਲ ਡੂ ਐਜ਼ ਗਿਵਨ ਤੁਹਾਨੂੰ ਆਉਂਦਾ ਅਤੇ ਜਿਹੜਾ ਪਹਿਲਾ ਕੁਐਸਚਨ ਤੁਹਾਨੂੰ ਪੁੱਛਿਆ ਜਾਂਦਾ, ਤੁਸੀਂ ਆਪਣਾ ਪੁਆਇੰਟ ਆਫ ਵਿਊ ਉਹਦੇ ਵਿੱਚ ਦਿਓਗੇ ਐਂਡ ਯੂ ਵਿਲ ਰਾਈਟ ਪ੍ਰੋਪਰ ਜਸਟੀਫਿਕੇਸ਼ਨ ਫॉर दैट। almost 2 points, 2 opinions of yours you will state and you will have to justify that accordingly। and if you are asked one sided essay ਤੇ ਆਪਣੇ
टू पॉइंट ऑफ व्यूज़ तुसी टू ओपीनियन अपने लिखोगे, उन्होंने जस्टिफाई करोगे, तो सैकेंड बॉडी पैराग्राफ विच भी सेम आएगा इन केस ऑफ वन साइडेड एसेज। तो जे टू साइडेड एसे हैगा ਜਿਹਦੇ ਵਿੱਚ ਤੁਸੀਂ ਪਾਰਸ਼ੀਅਲ ਵਿਊਜ਼ ਦੇਣੇ ਆ, ਅਤੇ ਵਨ ਪੁਆਇੰਟ ਆਫ ਵਿਊ ਯੂ ਵਿਲ ਡਿਸਕਸ ਇਨ ਪੈਰਾਗ੍ਰਾਫ 2 ਵਿਚ ਇਜ਼ ਯੋਰ ਬੋਡੀ ਪੈਰਾਗ੍ਰਾਫ 1 ਯੂ ਕੈਨ ਸੇ। ਇਹ ਸਾਰਾ ਕੁਛ ਤੁਸੀਂ ਅਪਰੋਕਸੀਮੇਟਲੀ 80 to 90 ਵਰਡਸ ਦੇ ਵਿੱਚ ਕਰੋਗੇ। ਨਾਓ ਕਮਸ ਬੋਡੀ ਪੈਰਾਗ੍ਰਾਫ 2 ਔਰ ਪੈਰਾਗ੍ਰਾਫ 3 in which you will write your other point of view and justify that accordingly in the case of partial essays। and if it's a one sided essay ਤੁਸੀਂ second body paragraph ਦੇ ਵਿੱਚ ਜਾਂ ਫਿਰ paragraph 3 ਦੇ ਵਿੱਚ ਵੀ ਤੁਸੀਂ ਉਹੀ points ਨੂੰ justify ਕਰੋਗੇ, ਉਹੀ points ਤੇ ਆਪਣੇ opinions ਲਿਖੋਗੇ and you will justify that in same 80 to 90 words। ਅਤੇ ਜੇ ਤੁਹਾਡਾ ਡੂ ਐਸ ਗਿਵਨ ਹੈਗਾ ਅਤੇ ਸੈਕਿੰਡ ਜਿਹੜਾ ਕੁਐਸ਼ਨ ਤੁਹਾਨੂੰ ਗਿਵਨ ਹੈ, ਤੁਸੀਂ ਸੈਕਿੰਡ ਕੁਐਸ਼ਨ ਦਾ ਆਨਸਰ ਜਿਹੜਾ ਹੈ ਆਪਣੇ ਓਪੀਨੀਅਨਸ ਲਿਖੋਗੇ ਬੋਡੀ ਪੈਰਾਗ੍ਰਾਫ 2 ਦੇ ਵਿੱਚ। then comes the conclusion in paragraph 4। this you have to write within 50 words and ਉਹ ਤੁਹਾਨੂੰ ਇੱਕ ਆਈਡੀਆ ਮਿਲ ਹੀ ਗਿਆ ਹੋਏਗਾ ਕਿ ਤੁਸੀਂ ਕਨਕਲੂਜਨ ਦੇ ਵਿੱਚ ਯੂ ਹੈਵ ਟੂ ਰਾਈਟ ਯੋਰ ਓਵਰਆਲ ਆਈਡੀਆ। ਤੁਸੀਂ ਸੈਂਪਲਸ ਦੇਖੋਗੇ ਅਤੇ ਤੁਹਾਨੂੰ ਜ਼ਿਆਦਾ ਕਲੀਅਰ ਹੋਏਗਾ। ਸੋ ਦਿਸ ਵਾਜ਼ ਦੀ ਫੋਰਮੈਟ ਫॉर योर ਰਾਈਟਿੰਗ ਮੋਡਿਊਲ ਟਾਸਕ 2। ਹੁਣ ਜਸਟ ਟੂ ਮੇਕ ਦ ਥਿੰਗਸ ਮੋਰ ਕਲੀਅਰ ਟੂ ਯੂ, ਇੱਕ ਮੈਂ ਸੈਂਪਲ ਤੁਹਾਡੇ ਨਾਲ ਸ਼ੇਅਰ ਕਰਾਂਗਾ। ਇਹ ਮੈਂ ਲਿਖਿਆ ਸੀਗਾ, this is recently asked question in writing task 2 of IELTS। have a look। although more and more people read news on internet, newspaper will remain the most important source of news। to what extent do you agree or disagree। so ਤੁਹਾਨੂੰ ਮੈਂ ਕਿਹਾ ਸੀਗਾ in most of the cases you are asked one sided essays ਕਿ ਤੁਸੀਂ ਐਗਰੀ ਕਰਦੇ ਹੋ ਕਿ ਡਿਸਐਗਰੀ ਕਰਦੇ ਹੋ। ਹੁਣ ਤੁਸੀਂ ਸਟੇਟਮੈਂਟ ਪੜ੍ਹੀ ਹੈ, ਹੁਣ ਤੁਸੀਂ ਦੱਸੋ ਵੀ ਤੁਸੀਂ ਇਸ ਲਾਈਨ 'ਤੇ ਐਗਰੀ ਕਰਦੇ ਹੋ ਜਾਂ ਡਿਸਐਗਰੀ ਕਰਦੇ ਹੋ। ਇਹ ਸਟੇਟਮੈਂਟ ਕਹਿ ਰਹੀ ਹੈ ਕਿ ਨੋ ਡਾਊਟ ਕਿ ਜ਼ਿਆਦਾ ਲੋਕ ਇੰਟਰਨੈਟ 'ਤੇ ਨਿਊਜ਼ ਰੀਡ ਕਰ ਰਹੇ ਨੇ, ਬਟ ਫਿਰ ਵੀ ਨਿਊਜ਼ਪੇਪਰ ਮੋਸਟ ਇੰਪੋਰਟੈਂਟ ਸੋਰਸ ਆਫ ਨਿਊਜ਼ ਰਹੇਗਾ। ਤੁਸੀਂ ਐਗਰੀ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਹੋ, ਤੁਸੀਂ ਦੱਸਣਾ। ਇਫ ਯੂ ਐਗਰੀ, ਪਹਿਲੇ ਬੋਡੀ ਪੈਰਾਗ੍ਰਾਫ ਦੇ ਵਿੱਚ ਤੁਸੀਂ ਲਿਖੋਗੇ ਕਿ ਡਿਊ ਟੂ ਦਿਸ ਆਈ ਐਗਰੀ, ਅਤੇ ਤੁਸੀਂ ਜਸਟੀਫਿਕੇਸ਼ਨ ਦਿਓਗੇ। ਦੂਸਰਾ ਓਪੀਨੀਅਨ ਤੁਹਾਡਾ ਫਸਟ ਬੋਡੀ ਪੈਰਾਗ੍ਰਾਫ ਦੇ ਵਿੱਚ ਹੀ ਆਏਗਾ ਕਿ ਆਲਸੋ ਡਿਊ ਟੂ ਦਿਸ ਇਹ ਓਪੀਨੀਅਨ ਮੇਰਾ, ਐਂਡ ਯੂ ਵਿਲ ਗਿਵ ਜਸਟੀਫਿਕੇਸ਼ਨ ਫॉर दैट। ਇਨ ਦ ਸੈਕਿੰਡ ਬੋਡੀ ਪੈਰਾਗ੍ਰਾਫ ਤੁਸੀਂ ਸੇਮ ਉਸੇ ਚੀਜ਼ ਦੀ ਜਸਟੀਫਿਕੇਸ਼ਨ ਦਿਓਗੇ, ਲਿਖੋਗੇ ਫਰਦਰ ਮੋਰ ਜਾਂ ਫਿਰ ਕੁਝ ਕਰਕੇ ਕਿ ਹੋਰ ਸਪੋਰਟਿੰਗ ਪੁਆਇੰਟਸ ਲਿਖੋਗੇ ਕਿ ਮੇਰਾ ਇਹ ਵੀ ਓਪੀਨੀਅਨ ਹੈ, ਐਂਡ ਤੁਸੀਂ ਉਹਦੀ ਜਸਟੀਫਿਕੇਸ਼ਨ ਦਿਓਗੇ। ਸੋ ਇਨ ਦਿਸ ਵੇ ਯੂ ਵਿਲ ਅਟੈਂਪਟ ਵਨ ਸਾਈਡਡ ਐਸੇਸ ਲਾਈਕ ਦਿਸ। ਸੋ ਲੈਟਸ ਹੈਵ ਅ ਲੁੱਕ ਕਿ ਮੈਂ ਕੀ ਲਿਖਿਆ। ਹੁਣ ਇਸ ਸਟੇਟਮੈਂਟ 'ਤੇ ਮੈਂ ਐਗਰੀ ਨਹੀਂ ਕਰਦਾ, ਮੇ ਬੀ ਤੁਸੀਂ ਐਗਰੀ ਕਰਦੇ ਹੋ, ਬਟ ਐਜ਼ ਪਰ ਮੀ ਨਿਊਜ਼ਪੇਪਰਸ ਸਭ ਤੋਂ ਜ਼ਿਆਦਾ ਇੰਪੋਰਟੈਂਟ ਸੋਰਸ ਆਫ ਨਿਊਜ਼ ਨਹੀਂ ਹੈ ਅੱਜ ਕੱਲ੍ਹ ਦੇ ਟਾਈਮ ਦੇ ਹਿਸਾਬ ਨਾਲ। ਅਤੇ ਮੈਂ ਪ੍ਰੋਪਰ ਜਸਟੀਫਿਕੇਸ਼ਨ ਵੀ ਦਿੱਤੀ ਹੈ ਕਿ ਕਿਉਂ ਮੇਰਾ ਪੁਆਇੰਟ ਆਫ ਵਿਊ ਇਹ ਹੈ। ਹੁਣ ਇੰਟਰੋਡਕਸ਼ਨ ਲਾਈਨ ਦੇ ਵਿੱਚ ਮੈਂ ਨਿਊਜ਼ ਦਾ ਥੋੜ੍ਹਾ ਦੱਸਦਾ ਕਿ ਕਨਵੇਇੰਗ ਨਿਊਜ਼ ਇਜ਼ ਵਨ ਆਫ ਦੀ ਮੋਸਟ ਵਾਈਟਲ ਟਾਸਕ ਇਨ ਦੀ ਗਲੋਬ ਟੂ ਕੀਪ ਇਟਸ ਪੀਪਲ ਅਪਡੇਟਡ। ਮੈਂ ਮਿਲਦੀ ਜੁਲਦੀ ਲਾਈਨ ਇੱਕ ਲਿਖ ਦਿੱਤੀ ਹੈ, ਨਾਲ ਮੈਂ ਲਿਖਤਾ ਵਿਦ ਦੀ ਅਪਡੇਟਡ ਵਿਦ ਦੀ ਹੈਪਨਿੰਗਸ ਅਰਾਊਂਡ ਦੈਮ। ਉਸ ਤੋਂ ਬਾਅਦ ਮੈਂ ਲਿਖਤਾ ਹੈ ਕਿ ਹਿਸਟਰੀ ਦੀ ਐਡਵੈਂਟ ਆਫ ਇੰਟਰਨੈਟ ਹੈਜ਼ ਰੈਵੋਲਿਊਸ਼ਨਰਾਈਜ਼ਡ ਦੀ ਵੇ ਵੀ ਕੰਜ਼ਿਊਮ ਨਿਊਜ਼। ਕਿ ਇੰਟਰਨੈਟ ਦੇ ਆਉਣ ਨਾਲ ਇੱਕ ਨਿਊਜ਼ ਦੇ ਸੋਰਸ ਦੀ ਜਿਹੜੀ ਹੈ ਉਹ ਰੈਵੋਲਿਊਸ਼ਨ ਹੋ ਗਈ ਹੈ। ਅਤੇ ਜਿੱਥੇ ਪਹਿਲੇ ਨਿਊਜ਼ਪੇਪਰਸ ਹੀ ਇੰਪੋਰਟੈਂਟ ਸੋਰਸ ਹੁੰਦੇ ਸੀ, ਅੱਜ ਕੱਲ੍ਹ ਹੋਰ ਵੀ ਸੋਰਸਿਸ ਆ ਗਏ ਨਿਊਜ਼ ਦੇ। ਵਾਈਲ ਸਮ ਆਰ, ਇੱਥੇ ਮੈਂ ਆਪਣਾ ਇੰਟਰੋਡਕਸ਼ਨ ਦੇ ਨਾਲ ਵਾਈਲ ਤੋਂ ਮੈਂ ਆਪਣਾ ਪੁਆਇੰਟ ਆਫ ਵਿਊ ਦੇ ਦਿੱਤਾ। ਵਾਈਲ ਸਮ ਆਰਗਿਊ ਦੈਟ ਨਿਊਜ਼ਪੇਪਰਸ ਵਿਲ ਰਿਮੇਨ ਪ੍ਰਾਇਮਰੀ ਸੋਰਸ ਆਫ ਇਨਫੋਰਮੇਸ਼ਨ, ਆਈ ਟੋਟਲੀ ਡਿਸਐਗਰੀ ਵਿਦ ਇਟ ਡਿਊ ਟੂ ਅ ਸਰਟਨ ਰੀਜ਼ਨਸ। ਸੋ ਮੇਰੀ ਇੰਟਰੋਡਕਸ਼ਨ ਆ ਗਈ ਹੈ, ਆਈ ਥਿੰਕ 50 ਵਰਡਸ ਦੇ ਲਾਗੇ ਛਾਗੇ ਹੀ ਹੋਣਾ ਚਾਹੀਦਾ, ਅਪਰੋਕਸੀਮੇਟਲੀ 50 ਵਰਡਸ ਹੀ ਹੈਗੇ। ਯੈਸ, ਸੋ ਮੈਂ ਇਸ ਸਟੇਟਮੈਂਟ ਨਾਲ ਡਿਸਐਗਰੀ ਕੀਤਾ ਅਤੇ ਮੈਂ ਪ੍ਰੋਪਰ ਆਪਣੇ ਓਪੀਨੀਅਨਸ ਦੇ ਨਾਲ ਜਸਟੀਫਿਕੇਸ਼ਨ ਵੀ ਦਿੱਤੀ ਹੈ ਕਿ ਵਾਈ ਡੂ ਆਈ ਡਿਸਐਗਰੀ ਵਿਦ ਦਿਸ। So after giving my introduction, I've discussed my point of view in 2 paragraphs. So first comes introduction, at last it comes conclusion, and in between you have to discuss your point of view in 2 paragraphs.
ਜਿਹੜਾ ਵੀ ਤੁਹਾਡਾ ਪੁਆਇੰਟ ਆਫ ਵਿਊ ਹੈ ਤੁਸੀਂ ਐਗਰੀ ਕਰ ਰਹੇ ਹੋ ਜਾਂ ਫਿਰ ਡਿਸਐਗਰੀ ਕਰ ਰਹੇ ਹੋ, ਤੁਸੀਂ 2 ਪੈਰਾਗ੍ਰਾਫਸ ਦੇ ਵਿੱਚ ਹੀ ਦੇਣਾ। ਸੋ ਮੈਂ ਕਿੱਦਾਂ ਦਿੱਤਾ, ਲੈਟਸ ਸੀ। I have written, to begin with, the internet offers unparalleled convenience when it comes to accessing news. With just a few clicks, people can access news around the globe at any moment. This is extremely helpful to the people who don't have time to read a newspaper. So ਇਹਦਾ ਮਤਲਬ ਹੈ, ਮੈਂ ਵਰਡ ਯੂਜ਼ ਕੀਤਾ ਅਨਪੈਰਲਲਡ ਕਨਵੀਨੀਅੰਸ। ਇਹਦਾ ਮਤਲਬ ਹੈ ਕਿ ਇੱਕ ਸੌਰਟ ਆਫ ਡਿਫਰੈਂਟ ਜਿਹਾ ਸੋਰਸ ਹੈ ਨਿਊਜ਼ ਨੂੰ ਐਕਸੈਸ ਕਰਨ ਦਾ। ਮੇਰਾ ਮੇਨ ਪੁਆਇੰਟ ਹੈ ਕਿ ਤੁਸੀਂ ਗਲੋਬ ਦੇ ਜਿਹੜੇ ਵੀ ਪਾਸੇ ਬੈਠੇ ਹੋ, ਤੁਸੀਂ ਜਸਟ ਬਾਈ ਅ ਫਿਊ ਕਲਿਕਸ ਤੁਸੀਂ ਨਿਊਜ਼ ਨੂੰ ਐਕਸੈਸ ਕਰ ਸਕਦੇ ਹੋ। ਅਤੇ ਜਿਹੜੇ ਬੰਦਿਆਂ ਕੋਲ ਨਿਊਜ਼ਪੇਪਰਸ ਰੀਡ ਕਰਨ ਦਾ ਟਾਈਮ ਨਹੀਂ ਹੁੰਦਾ, ਉਹਨਾਂ ਲਈ ਵੀ ਕਾਫੀ ਹੈਲਪਫੁਲ ਹੈ। ਅੱਗੇ ਮੈਂ ਲਿਖਿਆ, ਫਰਦਰ ਮੋਰ the internet also allows personalized news feeds enabling users to tailor their news consumption as per their interests and preferences। ਇਹ ਵੀ ਪੁਆਇੰਟ ਮੈਂ ਐਡ ਕੀਤਾ ਅਤੇ ਲਾਸਟ ਵਿੱਚ ਮੈਂ ਇੱਕ ਜਨਰਲ ਪੁਆਇੰਟ ਲਿਖਿਆ, in my view internet is becoming the go-to source for news and its importance is only set to increase in future। ਹੁਣ ਇਸ ਪੈਰਾਗ੍ਰਾਫ ਦੇ ਵਿੱਚ ਮੈਂ 3 ਪੁਆਇੰਟ ਡਿਸਕਸ ਕੀਤੇ ਆ। ਫਸਟ ਪੁਆਇੰਟ ਇਜ਼ ਕਿ ਮੈਂ ਲਿਖਿਆ ਕਿ ਤੁਸੀਂ ਗਲੋਬ ਦੇ ਜਿਹੜੇ ਵੀ ਪਾਸੇ ਬੈਠੇ ਹੋ, ਤੁਸੀਂ ਨਿਊਜ਼ ਨੂੰ ਐਕਸੈਸ ਕਰ ਸਕਦੇ ਹੋ। ਅਨਪੈਰਲਲਡ ਕਨਵੀਨੀਅੰਸ ਇੱਕ ਪੁਆਇੰਟ ਇਹ ਮੈਂ ਕੀਤਾ। ਸੈਕਿੰਡ ਪੁਆਇੰਟ ਮੈਂ ਕੀਤਾ, ਦਿਸ ਇਜ਼ ਐਕਸਟ੍ਰੀਮਲੀ ਹੈਲਪਫੁਲ। ਸੈਕਿੰਡ ਪੁਆਇੰਟ ਇਜ਼ ਫਰਦਰਮੋਰ ਇੰਟਰਨੈਟ ਆਲਸੋ ਅਲਾਉਸ ਪਰਸਨਲਾਈਜ਼ਡ ਨਿਊਜ਼ ਫੀਡ। ਪਰਸਨਲਾਈਜ਼ਡ ਨਿਊਜ਼ ਫੀਡਸ ਮਤਲਬ ਜੋ ਤੁਸੀਂ ਨਿਊਜ਼ ਜਿਹੜੇ ਟੋਪਿਕ 'ਤੇ ਤੁਸੀਂ ਫਰੀਕੁਐਂਟਲੀ ਦੇਖਦੇ ਹੋ, ਨੈਕਸਟ ਟਾਈਮ ਵੈਨ ਯੂ ਗੋ ਟੂ ਦੈਟ ਪਲੈਟਫਾਰਮ ਤੁਹਾਨੂੰ ਉਹੀ ਟੋਪਿਕ ਦੀ ਨਿਊਜ਼ ਸ਼ੋ ਹੋਏਗੀ। ਫੋਰ ਐਗਜ਼ਾਮਪਲ ਤੁਸੀਂ ਕ੍ਰਿਕਟ ਦੇਖਣਾ ਪਸੰਦ ਕਰਦੇ ਹੋ ਐਂਡ ਯੂ ਫਰੀਕੁਐਂਟਲੀ ਵਾਚ ਨਿਊਜ਼ ਰਿਲੇਟਡ ਟੂ ਦੈਟ ਕ੍ਰਿਕਟ ਓਨਲੀ, ਅਤੇ ਨੈਕਸਟ ਟਾਈਮ ਤੁਸੀਂ ਜਦੋਂ ਉਸ ਪਲੈਟਫਾਰਮ 'ਤੇ ਜਾਓਗੇ, ਗੂਗਲ ਹੋ ਗਿਆ, ਜੋ ਮਰਜ਼ੀ ਹੋ ਗਿਆ, ਅਤੇ ਤੁਹਾਨੂੰ ਕ੍ਰਿਕਟ ਦੇ ਰਿਲੇਟਡ ਨਿਊਜ਼ ਹੀ ਤੁਹਾਨੂੰ ਦੇਖਣ ਨੂੰ ਮਿਲੇਗੀ। ਦੈਟ ਇਜ਼ ਕਾਲਡ ਪਰਸਨਲਾਈਜ਼ਡ ਨਿਊਜ਼ ਫੀਡਸ। ਐਕਸੈਸ ਸਾਨੂੰ ਮਿਲਦਾ। ਮੈਂ 3 ਪੁਆਇੰਟ ਡਿਸਕਸ ਕੀਤੇ ਅਤੇ ਇਹਨਾਂ ਨੂੰ ਐਕਸਪਲੇਨ ਕੀਤਾ। ਇਨ ਦੀ ਨੈਕਸਟ ਪੈਰਾਗ੍ਰਾਫ ਵਿਚ ਇਜ਼ ਦੀ ਸੈਕਿੰਡ ਬੋਡੀ ਪੈਰਾਗ੍ਰਾਫ, ਮੈਂ ਆਪਣਾ ਉਹੀ ਪੁਆਇੰਟ ਆਫ ਵਿਊ ਫਰਦਰ ਡਿਸਕਸ ਕੀਤਾ। ਮੈਂ ਲਿਖਿਆ, ਸੈਕਿੰਡਲੀ the internet offers an interactive social experience that is not possible with the newspapers. Online news opportunity offer users to comment, share and discuss news stories in real time. ਇਹਦਾ ਮੇਨ ਪੁਆਇੰਟ ਹੈ, ਸੈਕਿੰਡਲੀ the internet offers an interactive social experience that is not possible with newspapers। ਹੁਣ ਜੇ ਕਿਸੇ ਦਾ ਇੰਸਟਾਗ੍ਰਾਮ 'ਤੇ ਅਕਾਊਂਟ ਹੈ, ਉਹ ਕੋਈ ਨਿਊਜ਼ ਦੇਖ ਰਿਹਾ ਅਤੇ ਆਪਾਂ ਉਹ 'ਤੇ ਲਾਈਕ ਕਮੈਂਟ ਕਰ ਸਕਦੇ ਹਾਂ ਅਤੇ ਉਹ ਕਮੈਂਟਸ 'ਤੇ ਵੀ ਸਾਨੂੰ ਰਿਪਲਾਈ ਆ ਸਕਦੇ ਆ। ਸੋ ਦੈਟ ਇਜ਼ ਕਾਲਡ ਸੋਸ਼ਲ ਇੰਟਰੈਕਸ਼ਨ ਤੁਹਾਡੀ ਹੋ ਸਕਦੀ ਹੈ। ਤੁਸੀਂ ਕਮੈਂਟ ਕਰ ਸਕਦੇ ਹੋ ਕਿਸੇ ਨਿਊਜ਼ 'ਤੇ, ਉਹ ਸੇਮ ਜਿਹੜਾ ਐਕਸੈਸ ਹੈ ਤੁਹਾਨੂੰ ਨਿਊਜ਼ਪੇਪਰਸ 'ਚ ਨਹੀਂ ਮਿਲੇਗਾ। ਅਤੇ ਉਸ ਤੋਂ ਬਾਅਦ ਮੈਂ ਲਿਖਿਆ, ਇਹ ਪੁਆਇੰਟ ਲਿਖਿਆ, ਦਿਸ ਇਜ਼ ਦੀ 4th ਪੁਆਇੰਟ, ਅਤੇ ਇਹਦੀ ਮੈਂ ਜਸਟੀਫਿਕੇਸ਼ਨ ਦਿੱਤੀ ਅੱਗੇ। ਔਨਲਾਈਨ ਨਿਊਜ਼ ਗਿਵ ਅਪੋਰਚੁਨਿਟੀ ਟੂ ਦ ਯੂਜ਼ਰਸ ਟੂ ਕਮੈਂਟ, ਸ਼ੇਅਰ ਵਗੈਰਾ, ਆਪਣਾ ਓਪੀਨੀਅਨ ਲਿਖ ਕੇ ਅੱਗੇ ਉਹਦੀ ਜਸਟੀਫਿਕੇਸ਼ਨ ਦੇ ਦਿੱਤੀ। ਅਤੇ ਉਹਦੀ ਅੱਗੇ ਜਸਟੀਫਿਕੇਸ਼ਨ ਹੋਰ ਦਿੱਤੀ ਹੈ ਮੈਂ, ਦਿਸ ਫੀਚਰ enables people to engage with and contribute to news stories, fostering a sense of community and participation। ਸੇਮ ਜੋ ਤੁਹਾਨੂੰ ਮੈਂ ਇੰਸਟਾਗ੍ਰਾਮ ਵਾਲਾ ਪੁਆਇੰਟ ਕਿਹਾ ਕਿ ਨਿਊਜ਼ ਸਟੋਰੀਜ਼ ਜਿਹੜੀਆਂ ਹੈਗੀਆਂ ਉਹਦੇ ਉੱਤੇ ਕਮੈਂਟ ਕਰਨ ਦਾ ਅਤੇ ਆਪਸ 'ਚ ਇੰਟਰੈਕਸ਼ਨ ਕਰਨ ਦਾ, ਇੱਕ ਦੂਸਰੇ ਦੇ ਪੁਆਇੰਟ ਆਫ ਵਿਊਜ਼ ਲੈਣ ਦਾ ਸਾਨੂੰ ਮੌਕਾ ਮਿਲ ਜਾਂਦਾ। ਐਂਡ ਨਹੀਂ ਆਣਾ ਇੱਥੇ। ਸੋ ਆਪਣਾ ਪੁਆਇੰਟ ਆਫ ਵਿਊ ਲਿਖ ਕੇ ਮੈਂ ਉਹਦੀ ਜਸਟੀਫਿਕੇਸ਼ਨ ਦਿੱਤੀ ਅੱਗੇ, ਕਿਉਂਕਿ ਮੇਰੇ ਮਨ 'ਚ ਆਇਆ ਸੀ। ਸੋ ਉਸ ਤੋਂ ਅਗਲਾ ਪੁਆਇੰਟ ਮੈਂ ਲਿਖਿਆ, Additionally, social media platforms have made it easier for people to share and amplify news stories, enabling them to reach a wider audience. As per me, it's damn easy to share news on internet via social media platforms, which definitely make the news reach a wider audience as compared to the newspapers. So a point मेरे दिमाग च आया सी and मैं ये भी ऐड करता। And now comes the conclusion. In conclusion, you will write a journal idea of what you have written. You have to wind up the essay supporting your opinion, like whatever you have written. In the case of this
one-sided essays. So let's have a look on what I have written. In conclusion, while newspapers have been primary source of news for many years, internet is quickly becoming preferred source of news consumption. The convenience and interactive nature of internet along with its ability to personalize and share news stories make it an interactive alternative to traditional newspapers. As such, it is important for individuals to keep with ever-changing media landscape and choose news sources that best serve their needs. So you will observe that I have covered every opinion of mine which I've written in this text in this conclusion paragraph. So this was all about writing task 2. So in this task you can give a great attempt if you, number 1, follow the format. Number 2, your knowledge about the topic given is fine, जो कि उदों ही हो सकता है ਜਦੋਂ ਤੁਸੀਂ ਰੈਗੂਲਰਲੀ ਸੈਂਪਲਸ ਨਵੇਂ ਸੋਲਵ ਕਰੋਗੇ. And the third one is your vocabulary and spellings. That I think is already quite clear to you that better vocab, better band score, less spelling mistakes, better band score. So this was just an example of one type of your writing task 2. And in the upcoming videos, I'll be there with other samples of this writing task 2 covering almost every type. And as per me, this information is sufficient for the writing task 2. So this was all about this task. I hope it was helpful. Thank you. Have a nice day. Thank you very much.